ਸਤਿ ਸ੍ਰੀ ਅਕਾਲ ਬੱਚਿਓ। ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਜਮਾਤ 8ਵੀਂ ਦਾ ਪਾਠ ਨੰਬਰ 2। ਅੱਜ ਆਪਣੀ ਬੱਚੋ ਤੀਸਰੀ ਕਲਾਸ ਹੈ 8ਵੀਂ ਜਮਾਤ ਦੀ। ਇਸ ਤੋਂ ਪਹਿਲਾਂ ਦੋ ਆਪਣੀ ਕਲਾਸ ਹੋ ਚੁੱਕੀਆਂ। ਦੋ ਕਲਾਸਾਂ ਵਿੱਚ ਆਪਣੀ ਜਿਹੜੀ ਪਹਿਲੀ ਕਵਿਤਾ ਹੈ ਉਹ ਕਰਵਾ ਦਿੱਤੀ ਗਈ ਹੈ। ਸਭ ਤੋਂ ਪਹਿਲੀ ਕਲਾਸ ਵਿੱਚ ਕਵਿਤਾ ਕਰਵਾਈ ਗਈ ਹੈ। ਉਸ ਤੋਂ ਬਾਅਦ ਜਿਹੜਾ ਉਸ ਦੀ ਅਗਲੀ ਕਲਾਸ ਦੇ ਵਿੱਚ ਉਹਦੇ ਵਿੱਚ ਹੈ ਜਿਹੜਾ ਬੁੱਕ ਵਰਕ ਅਤੇ ਜਿਹੜਾ ਨੋਟਬੁੱਕ ਵਰਕ ਹੈ ਉਹ ਕਰਵਾਇਆ ਗਿਆ। ਤੁਸੀਂ ਸਾਰੇ ਬੱਚੇ ਵੀਡੀਓ ਦੇਖ ਕੇ ਜਿਨ੍ਹਾਂ ਨੇ ਬੱਚਿਆਂ ਨੇ ਅਜੇ ਤੱਕ ਉਹ ਕੰਮ ਨਹੀਂ ਕੀਤਾ ਹੈ ਉਹ ਕੰਮ ਜਾ ਕੇ ਤੁਸੀਂ ਕਰ ਲੈਣਾ ਹੈ। ਦੂਸਰਾ ਆਪਣਾ ਅੱਜ ਪਾਠ ਹੈ ਵੇਦ ਦਾ ਧਰਮ। ਵੇਦ ਹੁੰਦਾ ਬੱਚਿਓ ਡਾਕਟਰ ਨੂੰ ਕੀ ਕਿਹਾ ਗਿਆ? ਵੈਦ। ਜਿਹੜੇ ਪਹਿਲਾਂ ਜਿਹੜਾ ਜ਼ਮਾਨਾ ਹੁੰਦਾ ਸੀ ਉਸ ਟਾਈਮ ਵੈਦ ਹੁੰਦੇ ਸੀ, ਹਕੀਮ ਹੁੰਦੇ ਸੀ ਜੋ ਕਿ ਦੇਸੀ ਜੜੀ ਬੂਟੀਆਂ ਰਾਹੀਂ ਲੋਕਾਂ ਦਾ ਇਲਾਜ ਕਰਦੇ ਸੀ। ਉਹਨਾਂ ਨੂੰ ਉਹ ਜਿਹੜੇ ਪ੍ਰਮੁੱਖ ਜਿਹੜੇ ਪਿੰਡਾਂ ਦੇ ਜਿਹੜੇ ਆਸੇ ਪਾਸੇ ਜਿਹੜੇ ਛੋਟੇ ਛੋਟੇ ਕਸਬੇ ਹੁੰਦੇ ਸੀ, ਸ਼ਹਿਰ ਹੁੰਦੇ ਸੀ ਛੋਟੇ ਛੋਟੇ, ਉਹਨਾਂ ਵਿੱਚ ਜਿਹੜੇ ਪਹਿਲਾਂ ਜਿਹੜਾ ਵੈਦ ਹੀ ਇਲਾਜ ਕਰਦੇ ਸਨ। ਅੱਜ ਦੀ ਜਿਹੜੀ ਕਹਾਣੀ ਦੇਖ ਸਭ ਤੋਂ ਪਹਿਲਾਂ ਉੱਪਰ ਜਿਹੜਾ ਆਪਣਾ ਬੱਚੋ ਦਿਖਾਇਆ ਗਿਆ ਹੈ, ਸੇਵਾ ਬਹੁਤ ਵੱਡੀ ਚੀਜ਼ ਹੈ। ਸੇਵਾ ਕਰਕੇ ਜੋ ਸੁੱਖ ਅਤੇ ਖੁਸ਼ੀ ਇਨਸਾਨ ਨੂੰ ਮਿਲਦੀ ਹੈ ਉਹ ਕਿਸੇ ਹੋਰ ਪਦਾਰਥ ਨਾਲ ਨਹੀਂ ਮਿਲ ਸਕਦੀ। ਦੀਨ ਦੁਖੀਆਂ ਦੀ ਸੇਵਾ ਕਰਨਾ ਮਨੁੱਖੀ ਜੀਵਨ ਦਾ ਸਭ ਤੋਂ ਉੱਤਮ ਕਰਮ ਹੈ। ਬਿਮਾਰ ਜਾਂ ਕਿਸੇ ਰੋਗੀ ਦੀ ਸੇਵਾ ਰੱਬ ਦੇ ਸੇਵਾ ਦੇ ਤੁਲ ਹੁੰਦੀ ਹੈ। ਇਸ ਵਿੱਚ ਜਿਹੜਾ ਕਹਾਣੀਕਾਰ ਬੱਚਿਓ ਕਹਿਣਾ ਚਾਹੁੰਦਾ ਕਿ ਜਿਹੜਾ ਸੇਵਾ ਹੈ ਜਿਹੜੀ ਆ ਦੁਨੀਆ ਵਿੱਚ ਸਭ ਤੋਂ ਵੱਡੀ ਚੀਜ਼ ਹੈ ਅਤੇ ਸੇਵਾ ਕਰਕੇ ਜਿਹੜੀ ਖੁਸ਼ੀ ਮਿਲਦੀ ਹੈ ਇਨਸਾਨ ਨੂੰ ਉਹ ਦੁਨੀਆ ਦੇ ਕਿਸੇ ਵੀ ਪਦਾਰਥ ਜਾਂ ਕਿਸੇ ਵੀ ਜਿਹੜੀ ਸਾਨੂੰ ਪ੍ਰਾਪਤੀ ਤੋਂ ਨਹੀਂ ਮਿਲ ਸਕਦੀ। ਲੋਕਾਂ ਦੀ ਸੇਵਾ ਕਰਕੇ, ਦੀਨ ਦੁਖੀਆਂ ਦੀ ਜਾਂ ਕਿਸੇ ਬਿਮਾਰ ਦੀ, ਰੋਗੀਆਂ ਦੀ ਸੇਵਾ ਕਰਕੇ ਜਿਹੜੀ ਸਾਨੂੰ ਜਿਹੜੀ ਖੁਸ਼ੀ ਮਿਲਦੀ ਹੈ ਕਿਸੇ ਵੀ ਚੀਜ਼ ਵਿੱਚੋਂ ਨਹੀਂ ਮਿਲ ਸਕਦੀ। ਅਤੇ ਬਿਮਾਰ ਅਤੇ ਰੋਗੀਆਂ ਦੀ ਸੇਵਾ ਜਿਹੜੀ ਰੱਬ ਦੀ ਸੇਵਾ ਦੇ ਬਰਾਬਰ ਹੁੰਦੀ ਹੈ। ਤੁਲ ਹੁੰਦਾ ਬੱਚਿਓ, ਜਿਹੜਾ ਤੁਲ ਕਿਹਾ ਗਿਆ ਇਹ ਹੁੰਦਾ ਹੈ ਰੱਬ ਦੇ ਬਰਾਬਰ। ਇਸ ਤੋਂ ਬਾਅਦ ਬੱਚਿਓ ਅਮੀਨ ਪਾਸ਼ਾ ਆਪਣੇ ਸਮੇਂ ਦੇ ਪ੍ਰਸਿੱਧ ਅਤੇ ਸੰਤ ਕਿਸਮ ਦੇ ਹਕੀਮ ਸਨ। ਇੱਕ ਵਾਰ ਔਸ਼ਧੀ ਖੋਜ ਸੰਸਥਾ ਉਹਨਾਂ ਨੂੰ ਅਫਰੀਕਾ ਦੇ ਜੰਗਲਾਂ ਵਿੱਚੋਂ ਜੜੀ ਬੂਟੀਆਂ ਦੀ ਖੋਜ ਦਾ ਕੰਮ ਸੌਂਪ ਦਿੱਤਾ। ਅਮੀਨ ਪਾਸ਼ਾ ਅਮੀਨ ਪਾਸ਼ਾ ਬੱਚਿਓ ਇੱਕ ਡਾਕਟਰ ਦਾ ਨਾਮ ਹੈ। ਜਿਹੜੇ ਪਹਿਲਾਂ ਇੱਕ ਹਕੀਮ ਹੋਏ ਹੈ ਉਹਨਾਂ ਨੂੰ ਅਮੀਨ ਪਾਸ਼ਾ ਕਿਹਾ ਗਿਆ। ਉਹ ਜਿਹੜੇ ਹੈ ਅਫਰੀਕਾ ਦੇ ਬਹੁਤ ਹੀ ਪ੍ਰਸਿੱਧ ਹਕੀਮ ਹੋਏ ਹੈ। ਉਹਨਾਂ ਨੂੰ ਇੱਕ ਵਾਰੀ ਅਫਰੀਕਾ ਦੇ ਜੰਗਲਾਂ ਵਿੱਚ ਜੜੀ ਬੂਟੀਆਂ ਦਾ ਉਹਨਾਂ ਨੂੰ ਕੰਮ ਸੌਂਪ ਦਿੱਤਾ ਸੀ। ਖੋਜ ਦਾ ਕੰਮ ਸੌਂਪ ਦਿੱਤਾ। ਉਹਨਾਂ ਨਾਲ 3-4 ਸਹਾਇਕ ਹੋਰ ਵੀ ਭੇਜ ਦਿੱਤੇ। ਉਹਨਾਂ ਨਾਲ ਜਿਹੜੇ 4 ਹੈਲਪਰ ਜਿਹਨੂੰ ਕਹਿ ਸਕਦੇ ਹਾਂ ਅਸੀਂ ਸਹਾਇਕ ਹੁੰਦਾ ਬੱਚਿਓ ਹੈਲਪਰ, ਸਹਾਇਕ। ਅਫਰੀਕਾ ਦੇ ਜੰਗਲਾਂ ਵਿੱਚ ਉਹਨਾਂ ਨੇ ਰੋਜ਼ਾਨਾ ਜੜੀ ਬੂਟੀਆਂ ਬਾਰੇ ਪਤਾ ਲਾਉਣ ਲਈ ਘੁੰਮਦੇ ਰਹਿੰਦੇ। ਉਹ ਰੋਜ਼ ਕੀ ਹੈ ਜਿਹੜੇ ਅਫਰੀਕਾ ਦੇ ਜੰਗਲ ਉੱਥੇ ਰੋਜ਼ ਘੁੰਮਦੇ ਰਹਿੰਦੇ, ਜਿਹੜੀ ਜੜੀ ਬੂਟੀਆਂ ਨਵੀਆਂ ਖੋਜਾਂ ਉੱਥੇ ਕਰਦੇ ਰਹਿੰਦੇ। ਇੱਕ ਸ਼ਾਮ ਨੂੰ ਜਦੋਂ ਉਹ ਇੱਕ ਪਿੰਡ ਵਿੱਚ ਪਹੁੰਚੇ ਤਾਂ ਪਤਾ ਲੱਗਿਆ ਕਿ ਉਹ ਗੁਲਾਮਾਂ ਦੀ ਬਸਤੀ ਹੈ। ਗੁਲਾਮ ਹੁੰਦੇ ਬੱਚੇ ਜਿਹੜੇ ਪਹਿਲਾਂ ਜਿਹੜੇ ਕੈਦ ਕਰਕੇ ਰੱਖਦੇ ਸੀ, ਜਿਨ੍ਹਾਂ ਨੂੰ ਕੋਈ ਜਿਹੜੇ ਰਾਜਾ ਹੈ ਚੁਰਾ ਲੈਂਦੇ ਸੀ ਅਤੇ ਉਹਨਾਂ ਨੂੰ ਇੱਕ ਥਾਂ 'ਤੇ ਆਪਣੇ ਜਿਹੜੇ ਗੁਲਾਮ ਬਣਾ ਕੇ ਰੱਖਦੇ ਸੀ, ਆਪਣੇ ਦਾਸ ਬਣਾ ਕੇ ਰੱਖਦੇ ਸੀ। ਚੇਚਕ ਦੇ ਭਿਆਨਕ ਰੋਗ ਨਾਲ ਪਿੰਡ ਦੇ ਅੱਧੇ ਲੋਕ ਮੌਤ ਦੇ ਮੂੰਹ ਵਿੱਚ ਜਾ ਚੁੱਕੇ ਹਨ। ਚੇਚਕ ਦਾ ਜਿਹੜਾ ਰੋਗ ਹੈ ਪਹਿਲਾਂ ਹੁੰਦਾ ਸੀ ਬੱਚੇ, ਜਿਸ ਨਾਲ ਕਿ ਪਿੰਡ ਖਾਲੀ ਹੋ ਜਾਂਦੇ ਸਨ। ਬੱਚੇ ਬੁੱਢੇ ਵੀ ਜਿਹੜੇ ਬਿਮਾਰ ਹੋ ਕੇ ਚੇਚਕ ਦੇ ਭਿਆਨਕ ਰੋਗ ਨਾਲ ਮਰ ਜਾਂਦੇ ਸੀ। ਇਸ ਤਰ੍ਹਾਂ ਦਰਦ ਭਰਿਆ ਕਿੱਸਾ ਸੁਣਦਿਆਂ ਹੀ ਉਹਨਾਂ ਨੇ ਤੁਰੰਤ ਚੇਚਕ ਦੇ ਸ਼ਿਕਾਰ ਹੋਏ ਲੋਕਾਂ ਦਾ ਇਲਾਜ ਸ਼ੁਰੂ ਕਰ ਦਿੱਤਾ। ਜਦੋਂ ਹਕੀਮ ਇਹ ਦੇਖਦੇ ਹੈ, ਅਮੀਨ ਪਾਸ਼ਾ ਜਦੋਂ ਇਹ ਸਾਰਾ ਕੁਝ ਦੇਖਦੇ ਹੈ ਤਾਂ ਉਹ ਸਾਰਾ ਕੁਝ ਭੁੱਲ ਕੇ ਲੋਕਾਂ ਦੀ ਸੇਵਾ ਜਿਹੜੀ ਹੈ ਉਹ ਕਰਨੀ ਸਟਾਰਟ ਕਰ ਦਿੰਦੇ ਹੈ। ਉਹਨਾਂ ਦੇ ਸਹਾਇਕਾਂ ਨੇ ਕਿਹਾ, ਗੁਰੂਦੇਵ, ਚੇਚਕ ਇੱਕ ਛੂਤ ਦਾ ਰੋਗ ਹੈ। ਛੂਤ ਦਾ ਰੋਗ ਹੁੰਦਾ ਬੱਚਿਓ ਜਿਹੜਾ ਇੱਕ ਤੋਂ ਦੂਸਰੇ ਇਨਸਾਨ ਵਿੱਚ ਚਲਾ ਜਾ ਸਕੇ, ਉਸ ਨੂੰ ਛੂਤ ਦਾ ਰੋਗ ਕਿਹਾ ਜਾਂਦਾ। ਇਸ ਤਰ੍ਹਾਂ ਇੱਥੇ ਰਹਿ ਕੇ ਇਹਨਾਂ ਦਾ ਇਲਾਜ ਕਰਨ ਨਾਲ ਆਪਣੇ ਵਿੱਚੋਂ ਕੋਈ ਵੀ ਨਹੀਂ ਬਚ ਸਕੇਗਾ। ਆਪ ਤੁਰੰਤ ਇਸ ਬਸਤੀ ਨੂੰ ਛੱਡ ਕੇ ਵਾਪਸ ਪਰਤ ਚੱਲੋ। ਜਿਹੜੇ ਹਕੀਮ ਦੇ ਜਿਹੜੇ ਨਾਲ 4-5 ਜਿਹੜੇ ਸਹਾਇਕ ਹੁੰਦੇ ਹੈ ਉਹ ਕਹਿੰਦੇ ਹੈ ਕਿ ਇਹ ਜਿਹੜਾ ਚੇਚਕ ਦਾ ਰੋਗ ਹੁੰਦਾ ਇਹ ਛੂਤ ਦਾ ਰੋਗ ਹੁੰਦਾ। ਜੇ ਅਸੀਂ ਇਹਨਾਂ ਨਾਲ ਬਹਿ ਕੇ ਜਾਂ ਇਹਨਾਂ ਨਾਲ ਰਹਿ ਕੇ ਇਹਨਾਂ ਦਾ ਇਲਾਜ ਕਰਾਂਗੇ ਜਾਂ ਇਹਨਾਂ ਦੇ ਉੱਤੇ ਕੰਮ ਕਰਾਂਗੇ ਤਾਂ ਅਸੀਂ ਵੀ ਜਿਹੜਾ ਇੱਥੇ ਨਹੀਂ ਬਚ ਸਕਾਂਗੇ। ਵਾਪਸ ਪਰਤ ਚੱਲੋ ਵਿੱਚ ਵਾਪਸ ਮੁੜ ਜਾਣਾ। ਉਹਨਾਂ ਦੀ ਗੱਲ ਸੁਣ ਕੇ ਅਮੀਨ ਪਾਸ਼ਾ ਨੇ ਬੜੀ ਗੰਭੀਰਤਾ ਨਾਲ ਕਿਹਾ, ਮੈਨੂੰ ਇੱਥੇ ਖੁਦਾ ਦੀ ਪੁਕਾਰ ਸੁਣਾਈ ਦੇ ਰਹੀ ਹੈ ਕਿ ਕਿਸੇ ਜ਼ਿੰਦਗੀ ਨੂੰ ਬਚਾਉਣ ਦੀ ਕੋਸ਼ਿਸ਼ ਸਭ ਤੋਂ ਵੱਡੀ ਇਬਾਦਤ ਹੈ। ਅਮੀਨ ਪਾਸ਼ਾ ਇਹ ਸੁਣ ਕੇ ਕਹਿੰਦੇ ਹੈ ਕਿ ਮੈਂ ਇੱਥੋਂ ਨਹੀਂ ਜਾਵਾਂਗਾ। ਮੈਨੂੰ ਇੱਥੇ ਖੁਦਾ ਦੀ ਪੁਕਾਰ, ਮੈਨੂੰ ਇੱਥੇ ਖੁਦਾ ਦੀ ਜਿਹੜੀ ਆਵਾਜ਼ ਹੈ ਸੁਣਾਈ ਦੇ ਰਹੀ ਹੈ ਕਿ ਮੈਂ ਇੱਥੇ ਕਿਸੇ ਵੀ ਜੇ ਇਨਸਾਨ ਦੀ ਜ਼ਿੰਦਗੀ ਬਚਾਊਂਗਾ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਵੱਡਾ ਕਰਮ ਹੈ। ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਇਬਾਦਤ ਹੁੰਦੀ ਹੈ ਬੱਚਿਓ, ਕਿਸੇ ਦੀ ਇਬਾਦਤ ਕਰਨਾ, ਕਿਸੇ ਦੀ ਭਗਤੀ ਕਰਨਾ। ਮੇਰੀ ਖੁਦਾ ਦੀ ਸਭ ਤੋਂ ਵੱਡੀ ਭਗਤੀ, ਮੈਂ ਲੋਕਾਂ ਦਾ ਜੇ ਮੈਂ ਸੇਵਾ ਕਰੂੰਗਾ ਇਹੀ ਮੇਰੀ ਖੁਦਾ ਦੀ ਸਭ ਤੋਂ ਵੱਡੀ ਭਗਤੀ ਹੈ। ਬਾਕੀ ਵੇਦ ਦਾ ਸੱਚਾ ਧਰਮ ਅਤੇ ਕਰਤੱਵ ਦੀਨ ਦੁਨੀਆ ਦੀ ਸੇਵਾ ਕਰਨਾ ਹੁੰਦਾ ਹੈ। ਇਹਦੇ ਵਿੱਚ ਜਿਹੜਾ ਵੇਦ ਹੈ ਕਹਿੰਦਾ ਕਿ ਵੇਦ ਦਾ ਸੱਚਾ ਕਰਮ ਅਤੇ ਸੱਚਾ ਧਰਮ ਜਿਹੜਾ ਕਰਤੱਵ ਹੁੰਦਾ ਹੈ ਦੀਨ ਦੁਖੀਆਂ ਦੇ ਜਿਹੜੇ ਦੁਖੀ ਹੁੰਦੇ ਹੈ, ਜਿਨ੍ਹਾਂ ਨੂੰ ਇਲਾਜ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਦੀ ਸੇਵਾ ਕਰਨਾ ਹੁੰਦਾ ਹੈ। ਤੁਸੀਂ ਸਾਰੇ ਜਾ ਸਕਦੇ ਹੋ। ਮੈਂ ਇੱਥੇ ਰਹਿ ਕੇ ਜੇਕਰ ਲੋਕਾਂ ਦੇ ਪ੍ਰਾਣ ਬਚਾ ਸਕਿਆ ਤਾਂ ਮੇਰਾ ਜੀਵਨ ਸਫਲ ਹੋ ਜਾਏਗਾ।
ਜਿਹੜੇ ਹਕੀਮ ਹੁੰਦੇ ਆ ਉਹਨਾਂ ਨਾਲ ਜਿਹੜੇ ਸਾਥੀ ਹੁੰਦੇ ਆ ਉਹ ਸਾਥੀਆਂ ਨੂੰ ਕਹਿੰਦੇ ਆ ਕਿ ਤੁਸੀਂ ਇੱਥੋਂ ਜੇ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ। ਜੇ ਮੈਂ ਇੱਥੇ 1 ਜਾਂ 2 ਜਾਂ ਕਿੰਨੇ ਵੀ ਬੰਦਿਆਂ ਦੀ ਜਾਂ ਬੱਚਿਆਂ ਦੀ ਜਾਂ ਕਿਸੇ ਵੀ ਇਨਸਾਨ ਦੀ ਜਾਨ ਬਚਾ ਸਕਿਆ ਤਾਂ ਮੇਰਾ ਜੀਵਨ ਜਿਹੜਾ ਹੈ ਸਫਲ ਹੋ ਜਾਏਗਾ। ਇਹ ਸੁਣ ਕੇ ਪਾਤਸ਼ਾਹ ਜੀ ਦੇ ਸਾਰੇ ਸਾਥੀ ਅਤੇ ਸਹਾਇਕ ਚਲੇ ਗਏ। ਇਹ ਸੁਣ ਕੇ ਜਿਹੜੇ ਇਹ ਉਹਨਾਂ ਨੂੰ ਕਹਿੰਦੇ ਆ ਤਾਂ ਜੋ ਉਹਨਾਂ ਦੇ ਜਿਹੜੇ ਸਾਰੇ ਸਾਥੀ ਹੈ ਉਹ ਜਿਹੜੇ ਉਹਨਾਂ ਨੂੰ ਛੱਡ ਕੇ ਚਲੇ ਜਾਂਦੇ ਆ। ਪਾਤਸ਼ਾਹ ਜੀ ਬਸਤੀ ਵਿੱਚ ਹੀ ਰਹੇ। ਉਹਨਾਂ ਨੇ ਤਨੋ ਮਨੋ ਰੋਗੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ। ਉਹ ਜਿਹੜੇ ਉਹਨਾਂ ਵਿੱਚ ਬਸਤੀਆਂ ਵਿੱਚ ਰਹਿ ਕੇ ਉਹਨਾਂ ਦਾ ਇਲਾਜ ਸ਼ੁਰੂ ਕਰ ਦਿੰਦੇ ਆ। ਜੰਗਲਾਂ ਵਿੱਚ ਜੜੀਆਂ ਬੂਟੀਆਂ ਲੈ ਕੇ ਉਹਨਾਂ ਨੂੰ ਜਿਹੜੇ ਇਲਾਜ ਉਹਨਾਂ ਨੂੰ ਸ਼ੁਰੂ ਕਰ ਦਿੰਦੇ ਆ। ਉਹਨਾਂ ਦੇ ਇਲਾਜ ਨਾਲ ਅਨੇਕਾਂ ਬੱਚੇ, ਜਵਾਨ ਅਤੇ ਬਜ਼ੁਰਗ ਦੇ ਪ੍ਰਾਣ ਬਚ ਗਏ। ਉਹਨਾਂ ਦੇ ਇਲਾਜ ਨਾਲ ਜਿਹੜਾ ਹੈ ਬੱਚਿਓ ਬਹੁਤ ਹੀ ਜਿਹੜੇ ਬਜ਼ੁਰਗ ਹੈ, ਜਿਹੜੇ ਜਵਾਨ ਹੈ, ਜਿਹੜੇ ਬੱਚੇ ਹੈ ਉਹਨਾਂ ਦੇ ਜਿਹੜੇ ਹੈ ਪ੍ਰਾਣ ਬਚਾ ਲੈਂਦੇ। ਉਹ ਬਿਮਾਰ ਅਤੇ ਲਾਚਾਰ ਗਰੀਬਾਂ ਲਈ ਪਾਤਸ਼ਾਹ ਕਿਸੇ ਫਰਿਸ਼ਤੇ ਤੋਂ ਘੱਟ ਨਹੀਂ ਸਨ। ਜਿਹੜੇ ਗਰੀਬ ਸੀ, ਜਿਹੜੇ ਲਾਚਾਰ ਸੀ, ਜਿਨ੍ਹਾਂ ਨੂੰ ਸਹਾਇਤਾ ਦੀ ਜ਼ਰੂਰਤ ਸੀ, ਉਹਨਾਂ ਵਾਸਤੇ ਉਹ ਕੀ ਹੈ ਖੁਦਾ ਬਣ ਕੇ ਆਏ ਸੀ। ਫਰਿਸ਼ਤਾ ਬੱਚਿਓ ਹੁੰਦਾ ਫਰਿਸ਼ਤਾ ਪਰਮਾਤਮਾ ਨੂੰ ਕਹਿ ਸਕਦੇ ਆਪਾਂ। ਕਿਸੇ ਜਿਹੜਾ ਫਰਿਸ਼ਤਾ ਜਦੋਂ ਕਿਸੇ ਚੀਜ਼ ਦੀ ਜ਼ਰੂਰਤ ਹੁੰਦੀ ਹੈ, ਉਹ ਇਨਸਾਨ ਕਿਸੇ ਦੀ ਜ਼ਰੂਰਤ ਪੂਰੀ ਕਰ ਦੇਵੇ ਉਸ ਨੂੰ ਫਰਿਸ਼ਤਾ ਕਿਹਾ ਜਾਂਦਾ। ਪਾਤਸ਼ਾਹ ਜੀ ਨੂੰ ਆਪਣੇ ਸਰੀਰ ਦੀ ਸੁੱਧ ਬੁੱਧ ਭੁੱਲ ਗਈ। ਪਾਤਸ਼ਾਹ ਜਿਹੜੇ ਹੈ ਉਹਨਾਂ ਨੂੰ ਆਪਣੀ ਸਰੀਰ ਦੀ ਸੁੱਧ ਬੁੱਧ ਭੁੱਲ ਜਾਂਦੇ। ਉਹਨਾਂ ਆਪਣੇ ਬਾਰੇ ਜਿਹੜਾ ਖਿਆਲ ਹੈ ਸਾਰਾ ਭੁੱਲ ਜਾਂਦਾ ਕਿ ਇਹ ਰੋਗ ਜਿਹੜਾ ਹੈ ਮੈਨੂੰ ਵੀ ਹੋ ਸਕਦਾ ਹੈ। ਉਹ ਦਿਨ ਰਾਤ ਰੋਗੀਆਂ ਦੀ ਸੇਵਾ ਵਿੱਚ ਰੁੱਝੇ ਰਹਿੰਦੇ ਸਨ। ਆਪਣੀ ਸਿਹਤ ਅਤੇ ਆਰਾਮ ਉਹਨਾਂ ਨਾਲ ਕੋਈ ਵੇਲ ਨਹੀਂ ਸੀ। ਆਪਣੀ ਸਿਹਤ ਦਾ ਉਹ ਧਿਆਨ ਨਹੀਂ ਰੱਖਦੇ ਬਿਲਕੁਲ। ਉਹ ਦੂਸਰੇ ਜਿਹੜੇ ਰੋਗੀ ਹੁੰਦੇ ਆ, ਜਿਹੜੇ ਬੁੱਢੇ ਹੁੰਦੇ ਆ, ਜਿਹੜੇ ਜਵਾਨ ਬੱਚੇ, ਉਹਨਾਂ ਦੀ ਸੇਵਾ ਵਿੱਚ ਜਿਹੜੇ ਹੈ ਰੁੱਝ ਜਾਂਦੇ, ਦਿਨ ਰਾਤ ਉਹਨਾਂ ਦੀ ਸੇਵਾ ਕਰਦੇ ਆ। ਅਖੀਰ ਚੇਚਕ ਦੇ ਕਹਿਰ ਦੀ ਮਾਰ ਉਹਨਾਂ ਵਿੱਚ ਵੀ ਆ ਗਈ। ਜਿਹੜੇ ਆਖਿਰ ਵਿੱਚ ਜਿਹੜੇ ਕੀ ਹੁੰਦੇ ਆਪ ਜਿਹੜੇ ਹੈ ਉਹ ਵੀ ਉਹਨਾਂ ਨੂੰ ਵੀ ਚੇਚਕ ਹੋ ਜਾਂਦੀ ਹੈ। ਕਹਿੰਦੇ ਹਨ ਕਿ ਅੰਤਮ ਸਮੇਂ ਉਹ ਬਹੁਤ ਖੁਸ਼ ਹਨ। ਜਿਹੜੇ ਆਖਰੀ ਸਮੇਂ ਹੁੰਦੇ ਆ ਉਹ ਬਹੁਤ ਖੁਸ਼ ਹੁੰਦੇ ਆ। ਉਹਨਾਂ ਦੇ ਮੂੰਹੋਂ ਆਖਰੀ ਸ਼ਬਦ ਇਹੀ ਨਿਕਲੇ, ਇਹ ਅੱਲਾ ਦੀ ਮਿਹਰਬਾਨੀ ਹੈ ਕਿ ਉਸ ਸਰਬ ਸ਼ਕਤੀਮਾਨ ਨੇ ਇੱਕ ਨਿਮਾਣੇ ਜਿਹੇ ਆਦਮੀ ਦੀ ਖਿਦਮਤ ਕਬੂਲ ਲਈ ਹੈ। ਉਹ ਆਖਰੀ ਬਿਲਕੁਲ ਪੜਾਅ 'ਤੇ ਹੁੰਦੇ ਹੈ ਤਾਂ ਉਹ ਕਹਿੰਦੇ ਆ, ਬਹੁਤ ਖੁਸ਼ ਹੁੰਦੇ ਆ ਕਿ ਇਹ ਅੱਲਾ ਦੀ ਮਿਹਰਬਾਨੀ ਹੈ, ਇਹ ਮੇਰੇ ਖੁਦਾ ਦੀ ਮਿਹਰਬਾਨੀ ਹੈ। ਉਸ ਸਰਬ ਸ਼ਕਤੀਮਾਨ ਨੇ ਕਿ ਜਿਹੜਾ ਪਰਮਾਤਮਾ ਹੈ ਸਰਬ ਸ਼ਕਤੀਮਾਨ ਹੈ। ਸਰਬ ਸ਼ਕਤੀਮਾਨ ਹੁੰਦਾ ਸਭ ਤੋਂ ਸ਼ਕਤੀਮਾਨ, ਜਿਸ ਤੋਂ ਉੱਪਰ ਕੋਈ ਨਾ ਹੋਵੇ, ਜਿਸ ਤੋਂ ਜ਼ਿਆਦਾ ਸ਼ਕਤੀਸ਼ਾਲੀ ਕੋਈ। ਸਰਬ ਮਤਲਬ ਸਭ ਤੋਂ ਜ਼ਿਆਦਾ ਸ਼ਕਤੀਮਾਨ, ਜਿਹੜਾ ਕੀ ਹੈ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੋਵੇ। ਤੇ ਇੱਕ ਨਿਮਾਣੇ ਜਿਹੇ, ਨਿਮਾਣੇ ਹੁੰਦਾ ਬੱਚਿਓ ਬਹੁਤ ਹੀ ਛੋਟਾ ਜਿਹਾ, ਬਿਲਕੁਲ ਨਿਮਾਣਾ ਜਿਹਾ। ਸਰਬ ਸ਼ਕਤੀਮਾਨ ਅੱਗੇ ਨਿਮਾਣੇ ਜਿਹੇ ਆਦਮੀ ਦੀ ਖਿਦਮਤ ਕਬੂਲ ਲਈਏ। ਖਿਦਮਤ ਹੁੰਦਾ ਜਿਹੜੇ ਬੱਚਿਓ ਕਿਸੇ ਕੋਈ ਚੀਜ਼ ਚਾਹਣਾ, ਕਿਸੇ ਚੀਜ਼ ਦੀ ਜਿਹੜੀ ਹੈ ਚਾਹ ਹੋਣੀ। ਕਬੂਲ ਕਰਨਾ ਮਤਲਬ ਇੱਕ ਜਿਹੜੀ ਹੈ ਸਵੀਕਾਰ ਲੈਣਾ। ਖਿਦਮਤ ਕਬੂਲ ਲਈਏ। ਇਹ ਬੱਚਿਓ ਜਿਹੜੀ ਕਵਿਤਾ ਹੈ, ਆਪਣੀ ਜਿਹੜੀ ਕਹਾਣੀ ਹੈ ਇਹ ਪੂਰੀ ਹੋ ਚੁੱਕੀ ਹੈ। ਇਹ ਜਿਹੜਾ ਲਿਖੀ ਹੋਈ ਹੈ ਇਹ ਬਲਦੇਵ ਸਿੰਘ ਸਿੱਧੂ ਦੀ ਜਿਹੜੀ ਕਹਾਣੀਕਾਰ ਦੀ ਲਿਖੀ ਹੋਈ ਹੈ ਬੱਚੇ। ਬਹੁਤ ਹੀ ਸੋਹਣੀ ਕਹਾਣੀ ਹੈ। ਇਸ ਤੋਂ ਬਾਅਦ ਜਿਹੜਾ ਇਸ ਦਾ ਕੰਮ ਹੈ ਸ਼ਬਦ ਅਰਥ। ਸ਼ਬਦ ਅਰਥ ਅਸੀਂ ਜਿਹੜਾ ਹੈ ਇੱਥੇ ਕਰਵਾ ਦਿੰਦੇ ਹਾਂ। ਬਾਕੀ ਜਿਹੜਾ ਕੰਮ ਹੈ ਤੁਹਾਨੂੰ ਬੋਰਡ ਦੇ ਉੱਪਰ ਕਰਵਾ ਦਿੱਤਾ ਜਾਏਗਾ। ਸਭ ਤੋਂ ਪਹਿਲਾਂ ਹੈ ਬੱਚਿਓ ਹਕੀਮ। ਹਕੀਮ ਹੁੰਦਾ ਹੈ ਵੇਦ, ਡਾਕਟਰ, ਸਿਆਣਾ, ਦੇਸੀ ਦਵਾਈਆਂ ਦਾ ਡਾਕਟਰ। ਜਿਹੜਾ ਪਹਿਲਾਂ ਹੁੰਦੇ ਸੀ ਬੱਚੇ ਹਕੀਮ ਹੀ ਹੁੰਦੇ ਸੀ। ਜਿਹੜੇ ਹਕੀਮ ਹੈ ਜਿਹੜੇ ਰੋਗੀਆਂ ਦਾ, ਜਿਹੜੇ ਲਾਚਾਰ ਵਿਅਕਤੀ ਹੈ, ਜਿਹੜੇ ਬੁੱਢੇ, ਜਿਹੜੇ ਜਵਾਨ, ਜੋ ਵੀ ਹੈ ਸਾਰੇ ਕੀ ਹੈ ਹਕੀਮ ਉੱਥੇ ਇਲਾਜ ਕਰਦੇ ਸੀ। ਔਸ਼ਧੀ ਹੁੰਦੀ ਹੈ ਦਵਾ ਦਾਰੂ। ਜਿਹੜੀ ਦਵਾਈ ਇਸ ਨੂੰ ਕੀ ਹੈ ਮੈਡੀਸਿਨ ਜਿਸ ਨੂੰ ਕਹਿ ਸਕਦੇ ਹਾਂ ਔਸ਼ਧੀ, ਜਿਹੜੀ ਪਹਿਲੇ ਜੜੀ ਬੂਟੀਆਂ ਨਾਲ ਬਣਾਈ ਜਾਂਦੀ ਸੀ, ਜੰਗਲਾਂ ਵਿੱਚੋਂ, ਪੇੜ ਪੌਦਿਆਂ ਤੋਂ ਜਾਂ ਛੋਟੇ ਛੋਟੇ ਪੌਦਿਆਂ ਤੋਂ ਲੈ ਕੇ ਬਣਾਈ ਜਾਂਦੀ ਸੀ। ਖੋਜ ਹੁੰਦਾ ਬੱਚਿਓ ਭਾਲ ਕਰਨੀ, ਪੜਤਾਲ ਕਰਨੀ, ਤਲਾਸ਼ ਕਰਨੀ, ਕਾਢ ਕਰਨੀ। ਖੋਜ ਕਰਨੀ ਮਤਲਬ ਸਰਚ ਕਰਨੀ ਕਿਸੇ ਚੀਜ਼ ਦੀ। ਵੀ ਖੋਜ ਲਈ ਉਹ ਚਲੇ ਜਾਂਦੇ ਆ ਜੰਗਲਾਂ ਵਿੱਚ, ਉਹਨਾਂ ਨੂੰ ਜੰਗਲਾਂ ਵਿੱਚ ਭੇਜ ਦਿੰਦੀ ਹੈ ਜਿਹੜੀ ਅਫਰੀਕਾ ਦੀ ਸਰਕਾਰ ਹੈ ਜਾਂ ਜੋ ਵੀ ਹੈ, ਉਹਨਾਂ ਨੂੰ ਅਫਰੀਕਾ ਦੇ ਜੰਗਲਾਂ ਵਿੱਚ ਭੇਜ ਦਿੰਦੀ ਹੈ ਕਿ ਉੱਥੇ ਜਾ ਕੇ ਤੁਸੀਂ ਨਵੀਂ ਖੋਜ ਕਰੋ, ਕਾਢ ਕਰੋ। ਅੱਗੇ ਹੈ ਬੱਚਿਓ ਛੂਤ ਦਾ ਰੋਗ। ਛੂਤ ਦਾ ਰੋਗ ਹੁੰਦਾ ਜਿਹੜਾ ਇੱਕ ਇਨਸਾਨ ਤੋਂ ਦੂਸਰੇ ਇਨਸਾਨ ਤੱਕ ਲੱਗ ਸਕਦਾ ਹੈ। ਕਿਸੇ ਰੋਗੀ ਦੇ ਕੋਲ ਬੈਠਣ ਨਾਲ ਜਾਂ ਲੱਗ ਜਾਣ ਵਾਲਾ ਇੱਕ ਰੋਗ। ਇੱਕ ਰੋਗੀ ਤੋਂ ਦੂਜੇ ਨਾਲ ਲੱਗ ਜਾਣ ਵਾਲਾ ਰੋਗ, ਜਿਵੇਂ ਅੱਜ ਜਿਹੜਾ ਆਪਣਾ ਸਮਾਂ ਚੱਲ ਰਿਹਾ ਜਿਵੇਂ ਕਰੋਨਾ ਵਾਇਰਸ ਹੈ, ਇਹ ਵੀ ਇੱਕ ਛੂਤ ਦਾ ਰੋਗ ਹੈ ਜਿਹੜਾ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ ਤੋਂ ਬੜੇ ਆਸਾਨੀ ਨਾਲ ਜਾ ਸਕਦਾ ਹੈ। ਅੱਗੇ ਹੈ ਬੱਚਿਓ ਗੰਭੀਰਤਾ ਹੁੰਦਾ ਬਹੁਤ ਹੀ ਡੂੰਘੇ ਵਿਚਾਰ ਨਾਲ, ਠਰਮਾ, ਧੀਰਜ ਨਾਲ ਸੋਚਣਾ, ਗਹਿਰਾਈ ਨਾਲ ਸੋਚਣਾ, ਡੂੰਘਾਈ ਨਾਲ ਬਹੁਤ ਹੀ ਚੰਗੀ ਤਰ੍ਹਾਂ ਸੋਚ ਵਿਚਾਰ ਕਰਨਾ। ਇਬਾਦਤ ਹੁੰਦਾ ਬੱਚਿਓ ਪੂਜਾ ਕਰਨੀ, ਭਗਤੀ ਕਰਨੀ, ਕਿਸੇ ਦੇ ਆਪਣੇ ਪਰਮਾਤਮਾ ਦੀ, ਆਪਣੇ ਅੱਲਾ ਦੀ ਇਬਾਦਤ ਕਰਨੀ, ਪਰਮਾਤਮਾ ਦੀ ਪੂਜਾ ਕਰਨੀ, ਭਗਤੀ ਕਰਨੀ, ਉਹਨਾਂ ਨੂੰ ਯਾਦ ਕਰਨਾ, ਉਹਨਾਂ ਦੀ ਬੰਦਗੀ ਕਰਨੀ, ਉਹਨਾਂ ਦਾ ਸਿਮਰਨ ਕਰਨਾ। ਫਰਿਸ਼ਤਾ ਹੁੰਦਾ ਰੱਬ ਦਾ ਸੰਦੇਸ਼ਕ, ਪੈਗੰਬਰ, ਇੱਕ ਧਾਰਮਿਕ ਵਿਅਕਤੀ। ਇਸ ਨੂੰ ਆਪਾਂ ਰੱਬ ਦਾ ਜਿਹੜਾ ਸੰਦੇਸ਼ਕ ਉਸ ਨੂੰ ਜਿਹੜਾ ਨੇਕ ਬੰਦਾ ਕਹਿ ਸਕਦੇ ਹਾਂ, ਪਰਉਪਕਾਰੀ ਪੁਰਸ਼ ਕਹਿ ਸਕਦੇ ਹਾਂ। ਇਸ ਤੋਂ ਬਾਅਦ ਹੈ ਬੱਚਿਓ ਸੁੱਧ ਬੁੱਧ ਭੁੱਲ ਜਾਣਾ, ਹੋਸ਼ ਨਾ ਰਹਿਣੀ, ਕਿਸੇ ਚੀਜ਼ ਵਿੱਚ ਮਸਤ ਹੋ ਜਾਣਾ, ਕਿਸੇ ਕੰਮ ਨੂੰ ਬਹੁਤ ਇਕਾਗਰਤਾ ਨਾਲ ਕਰਨਾ। ਜਿਹੜੇ ਅਮੀਨ ਪਾਸ਼ਾ ਜੀ ਹੈ ਆਪਣੇ ਜਿਹੜੀ ਸੁੱਧ ਬੁੱਧ ਭੁੱਲ ਕੇ ਦੂਸਰਿਆਂ ਦੀ ਜਿਹੜੀ ਸੇਵਾ ਵਿੱਚ
ਰੁੱਝ ਜਾਂਦੇ ਆ। ਇਸ ਤੋਂ ਬਾਅਦ ਹੈ ਬੱਚਿਓ ਕਹਿਰ। ਕਹਿਰ ਹੋਣਾ, ਜ਼ੁਲਮ ਹੋਣਾ, ਗੁੱਸਾ, ਬਿਪਤਾ, ਆਫਤ, ਕਰੋਪੀ। ਇਹ ਕੁਝ ਵੀ ਆਪਾਂ ਇਹਨਾਂ ਵਿੱਚ ਲਿਖ ਸਕਦੇ ਹਾਂ। ਸਾਰੇ ਜਿਹੜੇ ਕਹਿਰ, ਵੀ ਕਿਸੇ ਦਾ ਕਹਿਰ ਹੋਣਾ, ਕਿਸੇ ਦਾ ਜ਼ੁਲਮ ਹੋਣਾ, ਜਿਵੇਂ ਕਿ ਉਸ ਟਾਈਮ ਕਿਸੇ ਚੇਚਕ ਦਾ ਕਹਿਰ ਸੀ, ਲੋਕਾਂ ਉੱਪਰ ਬਹੁਤ ਜਿਹੜਾ ਚੇਚਕ ਦੀ ਆਫਤ ਆਈ ਹੋਈ ਸੀ। ਇਸ ਤੋਂ ਬਾਅਦ ਹੈ ਬੱਚਿਓ ਖਿਦਮਤ। ਆਪਣੀ ਪਰਮਾਤਮਾ ਦੀ ਸੇਵਾ ਕਰਨਾ, ਟਹਿਲ ਵੀ ਕਹਿ ਸਕਦੇ, ਨੌਕਰੀ ਵੀ ਕਹਿ ਸਕਦੇ। ਇਸ ਤੋਂ ਬਾਅਦ ਹੈ ਬੱਚਿਓ ਕਬੂਲ। ਕਬੂਲ ਨੂੰ ਕਹਿ ਸਕਦੇ ਹਾਂ ਕਬੂਲ ਕਰਨਾ, ਮਨਜ਼ੂਰ ਕਰਨਾ, ਸਵੀਕਾਰ ਕਰਨਾ, ਅਪਰੂਵ ਕਰਨਾ। ਇਸ ਤੋਂ ਬਾਅਦ ਬੱਚਿਓ ਜਿਹੜਾ ਹੈ ਆ ਸਕਦਾ ਅਭਿਆਸ ਪਾਠ ਬੋਧ। ਇਸ ਦੇ ਵਿੱਚ ਜਿਹੜਾ ਹੈ ਕੁਝ ਦਿੱਤੇ ਹੋਏ ਹੈ, ਦਿੱਤੇ ਗਏ ਸ਼ਬਦਾਂ ਦਾ ਸ਼ੁੱਧ ਉਚਾਰਨ ਕਰੋ। ਜਿਹੜਾ ਸ਼ੁੱਧ ਉਚਾਰਨ ਕਰਨਾ, ਇਹਨਾਂ ਨੂੰ ਅਸੀਂ ਬੋਲ ਕੇ ਦੇਖਣਾ। ਸਭ ਤੋਂ ਪਹਿਲਾਂ ਹੈ ਗੰਭੀਰਤਾ। ਜਿਹੜਾ ਆਇਆ ਹੋਇਆ ਆਪਣੇ ਸ਼ਬਦ, ਇਹ ਦੇਖੋ ਤੁਸੀਂ ਦੇਖ ਸਕਦੇ ਹੋ। ਇਸ ਤੋਂ ਬਾਅਦ ਹੈ ਇਬਾਦਤ। ਇਬਾਦਤ ਵੀ ਆਪਣੇ ਜਿਹੜਾ ਸ਼ਬਦ ਆਇਆ ਹੋਇਆ ਹੈ। ਇਸ ਤੋਂ ਬਾਅਦ ਹੈ ਬੱਚਿਓ ਖਿਦਮਤ। ਖਿਦਮਤ ਕਰਨਾ, ਦੂਸਰੇ ਦੀ ਸੇਵਾ ਕਰਨਾ। ਔਸ਼ਧੀ ਹੁੰਦੀ ਹੈ ਬੱਚਿਓ ਦਵਾਈ। ਇਸ ਤੋਂ ਬਾਅਦ ਤੁਰੰਤ ਦਾ ਫਟਾਫਟ, ਇੱਕਦਮ। ਇਸ ਤੋਂ ਬਾਅਦ ਹੈ ਬੱਚਿਓ ਸੋਚੋ ਅਤੇ ਦੱਸੋ। ਇਹ ਪ੍ਰਸ਼ਨ ਉੱਤਰ ਇਹ ਜਿਹੜੇ ਤੁਹਾਨੂੰ ਹੈ ਬੋਰਡ 'ਤੇ ਕਰਵਾ ਦਿੱਤੇ ਜਾਣਗੇ। ਅਮੀਨ ਪਾਸ਼ਾ ਅਫਰੀਕਾ ਦੇ ਜੰਗਲ ਵਿੱਚ ਕੀ ਕਰ ਰਹੇ ਸਨ ਉਹ ਅਫਰੀਕਾ ਦੇ ਜੰਗਲਾਂ ਵਿੱਚ, ਇਹ ਤੁਸੀਂ ਜਿਹੜਾ ਇੱਕ ਵਾਰੀ ਦੇਖ ਲੈਣਾ। ਗੁਲਾਮ ਦੀ ਬਸਤੀ ਵਿੱਚ ਲੋਕ ਕਿਸ ਬਿਮਾਰੀ ਨਾਲ ਮਰ ਰਹੇ ਸਨ। ਆਪਣੀ ਜਿਹੜੀ ਕਵਿਤਾ ਵਿੱਚ ਜਿਹੜੀ ਕਹਾਣੀ ਹੈ ਇਸ ਦੇ ਵਿੱਚ ਆਇਆ ਹੋਇਆ, ਅਮੀਨ ਪਾਸ਼ਾ ਨੇ ਬਸਤੀ ਵਿੱਚ ਰਹਿ ਕੇ ਕੀ ਕੀਤਾ। ਉਹਨਾਂ ਨੇ ਕੀ ਕੀਤਾ ਸੀ ਬਸਤੀ ਵਿੱਚ ਰਹਿ ਕੇ। ਅਮੀਨ ਪਾਸ਼ਾ ਦੇ ਅੰਤਿਮ ਸ਼ਬਦ ਕੀ ਸਨ, ਇਹ ਤੁਸੀਂ ਲਿਖ ਸਕਦੇ ਹੋ। ਜੇ ਤੁਸੀਂ ਲਿਖ ਵੀ ਸਕਦੇ ਹੋ ਤਾਂ ਠੀਕ ਹੈ, ਨਹੀਂ ਤਾਂ ਬੋਰਡ ਉੱਪਰ ਮੈਂ ਕਰਵਾ ਦੂੰਗਾ। ਇਸ ਤੋਂ ਬਾਅਦ ਹੈ ਬੱਚਿਓ ਲਿਖਤੀ ਕੰਮ। ਸਹੀ ਉੱਤਰ ਅੱਗੇ ਜਿਹੜਾ ਕੰਮ ਹੈ ਤੁਸੀਂ ਇਹ ਜਿਹੜਾ ਕਰਨਾ ਹੈ ਤੁਹਾਡੀ ਬੁੱਕ ਉੱਪਰ। ਇਹ ਜਿਹੜਾ ਕੰਮ ਹੈ ਤੁਸੀਂ ਕਰਨਾ ਨੋਟਬੁੱਕ ਉੱਪਰ। ਇਸ ਤੋਂ ਬਾਅਦ ਹੈ ਦਿੱਤੇ ਗਏ ਪ੍ਰਸ਼ਨਾਂ ਦੇ ਉੱਤਰ ਲਿਖੋ। ਇਹ ਜਿਹੜੇ ਪ੍ਰਸ਼ਨਾਂ ਦੇ ਉੱਤਰ ਹੈ ਇਹ ਤੁਸੀਂ ਜਿਹੜਾ ਤੁਹਾਡੀ ਹੈ ਨੋਟਬੁੱਕ ਉੱਪਰ ਕਰਨਾ ਹੈ। ਇਸ ਤੋਂ ਬਾਅਦ ਹੈ ਬੱਚਿਓ ਸਹੀ ਸ਼ਬਦ ਚੁਣ ਕੇ ਖਾਲੀ ਸਥਾਨ ਭਰੋ। ਇਹ ਖਾਲੀ ਸਥਾਨ ਭਰੋ, ਇਹ ਤੁਸੀਂ ਕਰਨਾ ਹੈ ਜਿਹੜਾ ਆਪਣੀ ਜਿਹੜੀ ਬੁੱਕ ਹੈ, ਬੁੱਕ ਦੇ ਉੱਪਰ ਵੀ ਤੁਸੀਂ ਇਹ ਕੰਮ ਕਰ ਲੈਣਾ। ਇਹ ਵੀ ਜਿਹੜਾ ਕੰਮ ਤੁਸੀਂ ਇਹ ਬੁੱਕ ਉੱਪਰ ਕਰ ਸਕਦੇ ਹੋ। ਇਸ ਤੋਂ ਬਾਅਦ ਹੈ ਬੱਚਿਓ ਬਾਕੀ ਸਾਰਾ ਕੰਮ ਜਿਹੜਾ ਤੁਸੀਂ ਬੁੱਕ ਉੱਪਰ ਕਰ ਸਕਦੇ ਹੋ, ਜਿਵੇਂ ਇਹ ਸਹੀ ਉੱਤਰ ਹੈ ਜਾਂ ਜਿਵੇਂ ਉਦਾਹਰਨ ਹੈ, ਇਹ ਕੁਝ ਪ੍ਰਸ਼ਨ ਉੱਤਰ, ਇਹ ਜਿਹੜੇ ਵਿਆਕਰਨ ਦਾ ਕੰਮ ਹੈ ਤੁਸੀਂ ਜਿਹੜਾ ਤੁਸੀਂ ਆਪਣੀ ਬੁੱਕ ਉੱਪਰ ਕਰ ਸਕਦੇ ਹੋ। ਸਿਰਫ ਜਿਹੜਾ ਪ੍ਰਸ਼ਨ ਉੱਤਰ ਹੈ ਜਿਵੇਂ ਇਹ ਹੈ ਅਤੇ ਇਹ ਪ੍ਰਸ਼ਨ ਉੱਤਰ ਹੈ, ਅਤੇ ਇਸ ਤੋਂ ਬਾਅਦ ਇੱਕ ਜਿਹੜੇ ਸ਼ਬਦ ਅਰਥ ਹੈ ਇਹ ਤੁਸੀਂ ਸਿਰਫ ਹੈ ਜਿਹੜਾ ਨੋਟਬੁੱਕ ਉੱਪਰ ਕਰਨਾ। ਬਾਕੀ ਸਾਰਾ ਕੰਮ ਤੁਸੀਂ ਬੁੱਕ ਉੱਪਰ ਕਰਨਾ ਹੈ। ਅੱਜ ਜਿਹੜਾ ਬੱਚਿਓ ਅੱਜ ਜਿਹੜੀ ਆਪਣੀ ਕਹਾਣੀ ਪੂਰੀ ਹੋ ਚੁੱਕੀ ਹੈ। ਇਸ ਤੋਂ ਬਾਅਦ ਜਿਹੜਾ ਬਾਕੀ ਦਾ ਬਚਦਾ ਕੰਮ ਹੈ ਉਹ ਅਸੀਂ ਕੱਲ੍ਹ ਵਾਲੀ ਵੀਡੀਓ 'ਚ ਕਰਾਂਗੇ। ਠੀਕ ਹੈ ਬੱਚਿਓ, ਧੰਨਵਾਦ।